ਜੀ ਤਨਵੀਰ ਭਾਈ ਕੀ ਤੁਹਾਡੇ ਕੋਲ ਐਵਰੇਜ ਕੀ ਆ ਰਹੀ ਦੁੱਧ ਦੀ, ਮਤਲਬ ਤੁਸੀਂ ਕਿੰਨਾ ਇਹ ਪੈਤਾਰਕ ਗਰਮੀ ਦੇ ਵਿੱਚ ਐਵਰੇਜ ਜਿਹੜੀ ਹੈ ਨਾ ਜੇ ਤਕਰੀਬਨ 20 ਪਲੱਸ। ਨਹੀਂ ਸਰ ਇਹ ਦੇਖੋ ਨਾ, ਇਹ ਜਿਹੜੀ ਖੁਰਾਕ ਹੈ ਅੱਛਾ ਇਹ ਚੈੱਕ ਕਰਵਾਓ ਅੱਛਾ ਦੋਸਤਾਂ ਨਾ। ਇਹ ਥੋੜਾ ਫਾਰਮੂਲਾ ਦੱਸ ਦਿਓ ਕੀ ਚੀਜ਼ਾਂ ਤੁਸੀਂ ਇਹ ਸਰ ਇਹ ਦੂਸਰਾ ਪੋਰਸ਼ਨ ਹੈ ਜੀ ਗੱਬਣਾ ਦਾ, ਗੱਬਣਾ ਵਾਲਾ ਮਾਸ਼ਾਅੱਲਾ ਜੀ। ਇਹ ਪੋਰਸ਼ਨ ਅਗਲਾ ਸਰ ਇਹ ਪੋਸ਼ਨ ਜਿਹੜਾ ਹੈ ਜਿਹੜੇ ਤਕਰੀਬਨ ਕੋਈ 1.5 ਸਾਲ ਤੋਂ ਉੱਪਰ ਵਾਲੀ ਬਰੀਡ ਹੈ ਮੇਰੀ ਘਰ ਦੀ। ਇਹ ਬਿਸਮਿਲ੍ਲਾਹਿਰਰਹਿਮਾਨਿਰਰਹੀਮ, अस्सलाम वालेकुम जी। ਤੁਸੀਂ ਵੇਖ ਰਹੇ ਹੋ TS ਨਾਲੀ TV YouTube ਚੈਨਲ। ਮੈਂ ਤੁਹਾਡਾ ਉਸਤਾਦ ਤਾਰਿਕ ਸੁਲਤਾਨ। ਦੋਸਤੋ ਇਸ ਵਕਤ ਅਸੀਂ ਮੌਜੂਦ ਹਾਂ ਜੀ ਜੱਟ ਕੈਟਲ ਐਂਡ ਡੇਅਰੀ ਫਾਰਮ ਭਾਵਲ ਨਗਰ। ਮਾਸ਼ਾਅੱਲਾ ਅੱਜ ਤੁਹਾਨੂੰ ਪਾਕਿਸਤਾਨ ਦਾ ਇੱਕ ਬਹੁਤ ਵੱਡਾ ਤੇ ਬੜਾ ਜ਼ਬਰਦਸਤ ਕਿਸਮ ਦਾ ਜਿਹੜਾ ਮੱਝਾਂ ਦਾ ਫਾਰਮ ਹੈ ਉਸ ਦਾ ਅਸੀਂ ਵਿਜ਼ਿਟ ਕਰਵਾਉਣ ਜਾ ਰਹੇ ਹਾਂ। ਕਾਫੀ ਦੋਸਤ ਜਿਹੜੇ ਨੇ ਉਹ ਪਹਿਲੇ ਕਮੈਂਟਸ ਦੇ ਵਿੱਚ ਕਹਿ ਚੁੱਕੇ ਨੇ ਜੀ ਸਾਨੂੰ ਕੋਈ ਮੱਝਾਂ ਦਾ ਸ਼ੌਕ ਕਰਵਾਓ। ਕਾਫੀ ਅਰਸਾ ਹੋ ਗਿਆ ਮੱਝਾਂ ਦੀ ਕੋਈ ਵੀਡੀਓ ਨਹੀਂ ਆਈ, ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਐਸਾ ਫਾਰਮ ਵਿਜ਼ਿਟ ਕਰਵਾ ਰਹੇ ਹਾਂ ਮਾਸ਼ਾਅੱਲਾ ਜਿਹੜਾ ਪਾਕਿਸਤਾਨ ਦਾ ਇੱਕ ਵੱਡਾ ਤੇ ਬੜਾ ਅੱਛਾ ਬਰੀਡ ਤੇ ਕੰਮ ਕਰਨ ਵਾਲਾ ਇਹ ਉਹ ਫਾਰਮ ਹੈ ਜਿਸ ਨੇ ਮੁਖਤਲਿਫ ਜਿਹੜੇ ਪਾਕਿਸਤਾਨ ਦੇ ਮੁਕਾਬਲਾ ਜਾਤ ਹੁੰਦੇ ਨੇ, ਮੱਝਾਂ ਦੇ ਦੁੱਧ ਮੇਲੇ ਹੁੰਦੇ ਨੇ, ਉਹਨਾਂ ਦੇ ਵਿੱਚ ਵੀ ਇਹਨਾਂ ਨੇ ਸ਼ਮੂਲੀਅਤ ਇਖਤਿਆਰ ਕੀਤੀ ਔਰ ਕਈ ਮੇਲਿਆਂ ਤੇ ਇਹਨਾਂ ਨੇ ਜਿੱਤੇ ਵੀ। ਕਿਸੇ ਦੇ ਵਿੱਚ ਪੋਜੀਸ਼ਨਾਂ ਲਈਆਂ, ਖੂਬਸੂਰਤੀ ਵਿੱਚ ਇਹਨਾਂ ਦੀਆਂ ਪੋਜੀਸ਼ਨਾਂ ਆਈਆਂ। ਮਤਲਬ ਹੈ ਕਿ ਪਾਕਿਸਤਾਨ ਦਾ ਇੱਕ ਬਹੁਤ ਅੱਛਾ ਤੇ ਬੜਾ ਸ਼ੌਕ ਵਾਲਾ ਫਾਰਮ ਹੈ। ਅੱਜ ਦੀ ਵੀਡੀਓ ਦੇ ਵਿੱਚ ਸਾਡਾ ਸਾਥ ਦੇਣਗੇ ਭਾਈ ਜੀ ਇਸ ਫਾਰਮ ਦੇ ਓਨਰ ਤਨਵੀਰ ਭਾਈ। अस्सलाम वालेकुम। ਵਾਲੇਕੁਮ ਸਲਾਮ। ਤਨਵੀਰ ਭਾਈ ਕੀ ਹਾਲ ਹੈ, ਠੀਕ ਹੋ? ਠੀਕ ਠਾਕ। ਤਨਵੀਰ ਭਾਈ ਥੋੜਾ ਜਿਹਾ ਨਾ ਸਾਨੂੰ ਨਾ ਆਪਣੇ ਫਾਰਮ ਦਾ ਆਪਣਾ ਜ਼ਰਾ ਤਾਰਫ ਕਰਵਾ ਦਿਓ। ਪੈਤਾਰਕ ਇਹ ਜ਼ਿਲ੍ਹਾ ਭਾਵਲ ਨਗਰ, ਤਹਿਸੀਲ ਰੂਨਾਬਾਦ, ਅੱਛਾ ਇੱਕ ਕਸਬਾ ਹੈ ਫਕੀਰ ਵਾਲੀ, ਸ਼ਹਿਰ ਛੋਟਾ ਜਿਹਾ। ਅੱਛਾ ਮਾਸ਼ਾਅੱਲਾ। ਹਾਂਜੀ ਉੱਥੇ ਅੱਛਾ ਆਪਣਾ ਫਾਰਮ ਦੇ ਦੋ ਗੇਟ ਨੇ, ਇੱਕ ਗੇਟ ਹੈ ਇੱਕ ਦੂਸਰਾ। ਜੀ ਦੂਸਰਾ ਹੈ ਅੱਛਾ ਇਹ ਮੇਨ ਗੇਟ ਹੈ। ਮੇਨ ਗੇਟ ਹੈ ਅੱਛਾ ਮੇਨ ਗੇਟ ਤੋਂ ਐਂਟਰ ਹੁੰਦੀ ਹੈ ਨਾਲ ਹੀ ਜਨਾਬ ਪਹਿਲੇ ਪਾਣੀ ਦੀ ਖੁਰਲੀ ਜੀ ਤੇ ਨਾਲ ਹੀ ਮੱਝਾਂ ਦਾ। ਨਾਲ ਹੀ ਮੱਝਾਂ ਦਾ। ਅੱਛਾ ਇਹ ਭਾਜੀ ਇਹ ਜਿਹੜਾ ਮੱਝਾਂ ਦਾ ਹੈ ਏਰੀਆ, ਮਤਲਬ ਇਹ ਜਿਹੜਾ ਸੈਕਸ਼ਨ ਹੈ ਹਾਂਜੀ ਇਸ ਵਿੱਚ ਕਿਹੜੇ ਜਾਨਵਰ ਨੇ? ਇਹਦੇ ਵਿੱਚ ਪੈਤਾਰਕ ਇਹਦੇ ਵਿੱਚ ਜਦੋਂ ਅਸੀਂ ਨਹਿਰ ਤੇ ਮਾਲ ਲੈ ਕੇ ਜਾਂਦੇ ਨਾ, ਅੱਜ ਕੱਲ ਗਰਮੀ ਹੀਟ ਬੜੀ ਜ਼ਿਆਦਾ। ਅੱਛਾ ਨਹਿਰ ਤੇ ਮਾਲ ਜਾਂਦਾ ਹੈ ਤਕਰੀਬਨ ਸਵੇਰ 10-11 ਵਜੇ ਜੀ ਤੇ ਉਹ 4-4:30 ਵਜੇ ਲੈ ਆਈਦੀਆਂ। ਅੱਛਾ ਇਹਦੇ ਵਿੱਚ ਖਾਂਗਣਾ ਅੱਛਾ ਤੇ ਆਪਣਾ ਗੱਬਣਾ ਮੱਝਾਂ। ਅੱਛਾ ਖਾਂਗਣਾ ਤੇ ਪਹਿਲੀਆਂ ਜਿਹੜੀਆਂ 2-3-4 ਮਹੀਨੇ ਤੱਕ ਗੱਭਣਾ ਜੀ ਕ੍ਰਾਸ ਕਰੂਸ ਹੋਣ ਵਾਲੀਆਂ ਮੱਝਾਂ ਜਿਹੜੀਆਂ ਹਾਂਜੀ ਉਹ ਅਲੱਗਾ ਸਾਰਿਆਂ ਦੇ ਪੋਸ਼ਨ ਨੇ, ਬੱਚਿਆਂ ਦੇ ਅਲੱਗਾ ਨੇ। ਅੱਛਾ ਇਹ ਜਿਹੜਾ ਸਾਈਡ ਹੈ ਇਹ ਟੋਟਲ ਗੱਬਣਾ ਤੇ ਬੱਚੇ ਜਿਹੜੀਆਂ ਤੋਕੜਾਂ ਹੋ ਗਈਆਂ ਤੇ ਬੱਚੇ। ਅੱਛਾ ਇਹ ਹੋ ਗਈਆਂ ਖਾਂਗਣਾ ਜਿਹੜੀਆਂ ਦੁੱਧ ਸ਼ੁੱਧ ਦੇ ਰਹੀਆਂ ਨੇ। ਹਾਂਜੀ ਮਾਸ਼ਾਅੱਲਾ। ਤਨਵੀਰ ਭਾਈ ਇਸ ਟਾਈਮ ਤੁਹਾਡੇ ਕੋਲ ਕਿੰਨੇ ਜਾਨਵਰ ਨੇ ਟੋਟਲ ਸਰ? ਸਰ ਸਾਡੇ ਕੋਲ ਤਕਰੀਬਨ 450 ਜਾਨਵਰ ਹੈ। ਛੋਟਾ ਹਾਂਜੀ ਛੋਟਾ ਬੜਾ ਮਾਸ਼ਾਅੱਲਾ। ਤੇ ਤਨਵੀਰ ਭਾਈ ਕਿੰਨਾ ਅਰਸਾ ਹੋ ਗਿਆ ਤੁਹਾਨੂੰ ਫਾਰਮਿੰਗ ਕਰਦੇ? ਸਰ ਸਾਨੂੰ ਸਾਡੇ ਬਾਬੇ ਫਾਰਮਿੰਗ ਕਰਦੇ ਸੀ, ਤਕਰੀਬਨ ਸਾਡੀ ਪੈਦਾਇਸ਼ ਤੋਂ ਪਹਿਲਾਂ ਦੀਆਂ ਮੱਝਾਂ ਰੱਖੀਆਂ ਹੋਈਆਂ ਸੀ। ਅੱਛਾ ਮੈਂ ਦੁਬਈ ਚਲਾ ਗਿਆ, ਅੱਛਾ 13 ਸਾਲ ਉੱਥੇ ਰਿਹਾ। ਫਿਰ ਮਤਲਬ ਛੁੱਟੀ ਤੇ ਆਈਦਾ ਹੀ ਸੀ, ਅੱਛਾ ਬੜਾ ਜਜ਼ਬਾ ਸੀ, ਸ਼ੌਕ ਸੀ ਇੱਕ ਮੱਝਾਂ ਰੱਖਣ ਦਾ ਨਾ, ਅੱਛਾ ਮੱਝਾਂ ਦਾ ਇੱਕ ਜਨੂਨ ਸੀ। ਅੱਛਾ ਫਿਰ ਤਕਰੀਬਨ ਹੁਣ 4-5 ਸਾਲ ਹੋ ਗਏ, ਇਹ ਕਾਫੀ ਬੜਾ ਕਰ ਲਿਆ ਹੈ। ਤੇ 4-5 ਸਾਲ ਤੁਸੀਂ ਮੱਝਾਂ ਦੀ ਫਾਰਮਿੰਗ ਕੀਤੀ ਜੀ। ਅੱਛਾ 4-5 ਸਾਲ ਤੋਂ ਬਾਅਦ ਤੁਸੀਂ ਦੁਬਈ ਵਾਪਸ ਨਹੀਂ ਗਏ, ਇੱਥੇ ਹੀ ਰਹਿ ਗਏ ਹੋ? ਨਹੀਂ ਮੈਂ ਗਿਆ ਸੀ ਤਕਰੀਬਨ 6 ਮਹੀਨਿਆਂ ਦੀ ਹੁੰਦੀ ਨਾ ਐਂਟਰੀ ਜਿਹੜੀ ਆ, ਐਂਟਰੀ ਕਰਵਾ ਕੇ ਆ ਜਾਂਦਾ ਸੀ। ਅੱਛਾ ਤਕਰੀਬਨ ਕੋਈ 1 ਜਾਂ 2 ਘੰਟੇ ਉੱਥੇ ਰਹਿਣਾ। ਅੱਛਾ ਇੰਨਾ ਜਨੂਨ ਆ ਕਿ ਉੱਥੇ ਇੱਕ ਮਿੰਟ ਵੀ ਨਹੀਂ ਰਿਹਾ ਜਾਂਦਾ ਹੈ। ਅੱਛਾ ਮਾਸ਼ਾਅੱਲਾ। ਉਹ ਮੈਂ 에어ਪੋਰਟ ਗੱਡੀ ਖੜੀ ਕਰਨੀ, ਅੱਛਾ ਗੱਡੀ ਉਸੇ ਤੇ ਵਾਪਸ ਆ ਜਾਣਾ। ਅੱਛਾ ਮਤਲਬ ਐਂਟਰੀ ਪਾ ਨਹੀਂ ਜਾਣਾ? ਐਂਟਰੀ ਪਾਉਣ ਜਾਂਦਾ ਸੀ। ਫਿਰ ਮੈਂ ਜਦੋਂ ਦਾ ਮੇਲੇ ਛੇਲੇ ਖੇਲੇ ਨਾ, ਅੱਛਾ ਉਦੋਂ ਦਾ ਮੈਂ ਕਿਹਾ ਜਾਣ ਦਿਓ ਹੁਣ, ਬਸ ਉਹ ਵੀਜ਼ਾ ਹੀ ਕੈਂਸਲ ਕਰਤਾ। ਅੱਛਾ ਹੁਣ ਮਤਲਬ ਤੁਸੀਂ ਮੱਝਾਂ ਦੇ ਪਿੱਛੇ ਦੁਬਈ ਛੱਡ ਕੇ ਪਾਕਿਸਤਾਨ ਆ ਗਏ। ਜ਼ਬਰਦਸਤ ਹੋ ਗਿਆ ਮਾਸ਼ਾਅੱਲਾ। ਤੇ ਤਨਵੀਰ ਵੀ ਥੋੜਾ ਜਿਹਾ ਆਪਣਾ ਤੁਸੀਂ ਨਾ ਦੱਸ ਦਿਓ ਕਿ ਤੁਸੀਂ ਜੋ ਕਿ ਮੇਲਿਆਂ ਦਾ ਜ਼ਿਕਰ ਕੀਤਾ, ਮੇਲਿਆਂ ਦਾ ਤੁਹਾਡੀ ਕੀ ਪਰਫਾਰਮੈਂਸ ਰਹੀ ਹੈ ਹੁਣ ਤੱਕ ਦੀ? ਸਭ ਤੋਂ ਜ਼ਿਆਦਾ ਹਾਈਐਸਟ ਦੁੱਧ ਕਿੰਨਾ ਹੋਇਆ ਤੁਹਾਡੀ ਮੱਝ? ਮੇਰੇ ਕੋ ਹੋਇਆ ਸੀ 46 ਕਿਲੋ 250 ਗ੍ਰਾਮ ਸ਼ੇਖਪੁਰ ਮੇਲੇ ਤੇ 36 ਘੰਟੇ ਦਾ। 36 ਘੰਟੇ ਦਾ। ਜ਼ਿਆਦਾਤਰ ਤੁਹਾਡੇ ਕੋਲ ਮੱਝਾਂ ਜਿਹੜੀਆਂ ਨੇ ਕਿਸ ਨਸਲ ਦੀ ਤੁਸੀਂ ਕੰਮ ਕਰ ਰਹੇ ਹੋ? ਇਹ ਅਸੀਂ ਤਕਰੀਬਨ ਬਰੀਡਿੰਗ ਫਾਰਮ ਕਰਕੇ ਬਣਾਇਆ ਤੇ ਮੱਝ ਤੇ ਕੰਮ ਕਰ ਰਹੇ ਨੀਲੀ ਰਾਵੀ ਤੇ। ਅੱਛਾ ਕਿਉਂਕਿ ਜਦੋਂ ਵੀ ਮੱਝ ਜਿੱਤੀ ਹੈ ਨੀਲੀ ਰਾਵੀ ਦੀ ਮੱਝ ਜਿੱਤੀ ਹੈ। ਇਸ ਵਜ੍ਹਾ ਤੋਂ ਅਸੀਂ ਇਹਨਾਂ ਬਰੀਡਿੰਗ ਫਾਰਮ ਵੀ ਨਾਲ ਕੰਮ ਕਰ ਰਹੇ ਹਾਂ। ਅੱਛਾ ਨਾਲ ਇਹ ਦੁੱਧ ਦਾ ਵੀ ਕੰਮ ਹੈ। ਜ਼ਬਰਦਸਤ ਹੋ ਗਿਆ। ਦੁੱਧ ਦਾ ਮਤਲਬ ਕੰਮ ਹੈ ਕਿ ਗਵਾਲ ਨਹੀਂ, ਅੱਛਾ ਇਹ ਬਰੀਡਿੰਗ ਵਾਸਤੇ ਕਿ ਦੁੱਧ ਜ਼ਿਆਦਾ ਤੋਂ ਜ਼ਿਆਦਾ ਲਿਆ ਜਾਵੇ ਨਾ, ਬਰੀਡ ਕਰਵਾ ਕੇ ਪਹਿਲਾਂ ਕੋਲੇ। ਮਤਲਬ ਹੈ ਕਿ ਤੁਸੀਂ ਆਪਣੀ ਜਿਹੜੀ ਮਿਲਕ ਪ੍ਰੋਡਕਸ਼ਨ ਹੈ ਉਸ ਨੂੰ ਵਧਾਉਣ ਦੀ, ਪੈਦਾਵਾਰ ਨੂੰ ਵਧਾਉਣ ਉੱਤੇ ਕੰਮ ਕਰ ਰਹੇ ਹੋ। ਜੀ ਆਉਣ ਵਾਲੀ ਨਸਲ ਜਿਹੜੀ ਹੈ ਉਹ ਪਹਿਲੀ ਤੋਂ ਬਿਹਤਰ ਹੋਵੇ ਇਨਸ਼ਾਅੱਲਾ। ਤੇ ਜ਼ਰਾ ਤੁਸੀਂ ਨਾ ਸਾਨੂੰ ਥੋੜਾ ਜਿਹਾ ਫਾਰਮ ਦਾ ਅੱਜ ਵਿਜ਼ਿਟ ਕਰਵਾਓ। ਜੀ ਜ਼ਰੂਰ। ਤਾਰਕ ਭਾਈ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਸਭ ਤੋਂ ਪਹਿਲੇ ਇਹ ਫਾਰਮ ਬਣਾਇਆ ਸੀ। ਅੱਛਾ ਇਹ ਮਾਲ ਜ਼ਿਆਦਾ ਹੋ ਗਿਆ, ਬਰੀਡ ਮਤਲਬ ਹੈ ਕਿ ਬੱਚੇ ਵੀ ਜ਼ਿਆਦਾ, ਮੱਝਾਂ ਵੀ ਜ਼ਿਆਦਾ ਹੋ ਗਈਆਂ। ਇਸ ਫਾਰਮ ਤੋਂ ਫਿਰ ਇਹ ਸਾਨੂੰ ਫਾਰਮ ਬਣਾਉਣਾ ਪਿਆ। ਅੱਛਾ ਇਹ ਬਣਾਉਣਾ ਪਿਆ। ਇਹ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਜਦੋਂ PDF ਆਪਾਂ ਚੋਇਆ ਨਾ,
ਅੱਛਾ ਇਹ ਤੁਸੀਂ ਆਏ ਸੀ ਪਹਿਲੀ ਦਫਾ ਮੇਰੇ ਕੋਲੇ, ਜੀ ਜੀ ਉਦੋਂ ਇਹ ਜਗ੍ਹਾ ਨਹੀਂ ਸੀ, ਇਹ ਪਿੱਛੇ ਬਰਾਂਦਾ ਆਇਆ ਸੀ, ਜੀ ਇਹ ਸੀ। ਇਹ ਸਾਰੀ ਜਗ੍ਹਾ ਮੈਦਾਨ ਹੀ ਪਈ ਸੀ। ਅੱਛਾ ਫਿਰ ਤੁਸੀਂ ਪੋਰਸ਼ਨ ਬਣਾਏ ਨੇ ਇਸ ਸਾਈਡ ਤੇ ਮੱਝਾਂ ਉਹ ਨੇ ਜਿਹੜੀਆਂ ਖੰਗੜਾ ਨੇ ਜਾਂ ਜਿਹੜੀਆਂ ਕ੍ਰਾਸ ਹੋਣ ਵਾਲੇ ਮਤਲਬ 2-3 ਮਹੀਨੇ ਵਾਲੀ ਉਹਨਾਂ ਸੰਡਾ ਵਿੱਚ। ਬਿਲਕੁਲ। ਅੱਛਾ ਇਸ ਸਾਈਡ ਤੇ ਉਹ ਜਾਨਵਰ ਨੇ ਜਿਹੜੇ 6 ਤੋਂ 7 ਮਹੀਨੇ ਵਾਲੇ। 6 ਤੋਂ 7 ਮਹੀਨੇ ਮਤਲਬ ਸੂਨ ਦੇ ਕਰੀਬ ਜਿਹੜੇ। ਹਾਂਜੀ। ਅੱਛਾ ਉਸ ਦੇ ਨਾਲ ਬੱਚਿਆਂ ਦਾ ਪੋਸ਼ਣ ਅਲੱਗ ਹੈ। ਹਾਂਜੀ ਬੱਚਿਆਂ ਦਾ ਪੋਸ਼ਣ ਅਲੱਗ, ਔਰ ਜਿਹੜੀਆਂ ਤਾਜ਼ਾ ਸੂਈਆਂ ਮੱਝਾਂ ਨੇ ਉਹਨਾਂ ਦਾ ਪੋਸ਼ਣ ਵੀ ਸਾਰਾ ਅਲੱਗ ਹੈ। ਚਲੋ ਜੀ ਅਸੀਂ ਸਰ ਹੁਣ ਦੋਸਤਾਂ ਨੂੰ ਸ਼ੋਅ ਕਰਵਾਉਂਦੇ ਆ, ਥੋੜਾ ਜਿਹਾ ਤੁਹਾਡਾ ਵਿਜ਼ਿਟ ਕਰਵਾਉਂਦੇ ਆ, ਉਸ ਤੋਂ ਬਾਅਦ ਫਿਰ ਮੱਝਾਂ ਜਿਹੜੀਆਂ ਤੁਹਾਡੀਆਂ ਇਸ ਟਾਈਮ ਤਾਜ਼ਾ ਸੂਈਆਂ ਨੇ ਉਹਨਾਂ ਦਾ ਵੀ ਤਾਜ਼ਾ ਕੋਈ 10 ਮੱਝਾਂ ਸੂਈਆਂ। ਮੇਰਾ ਇਰਾਦਾ ਅੱਜ ਆਏ ਤਾਂ ਹੋਏ ਜੇ ਤੇ ਨਾਲ ਕੋਈ ਉਹਨਾਂ ਦੀ ਚੁਆਈ ਵੀ ਦਿਖਾ ਦਾਂਗੇ ਭਾਈਆਂ ਨੂੰ। ਚਲੋ ਦੋਸਤਾਂ ਨੂੰ ਥੋੜਾ ਜਿਹਾ ਕਰਾਂਗੇ। ਅੱਛਾ ਇਹ ਬੱਚੇ ਨੇ ਇਹ ਸਰ ਹੋਮ ਬਰੀਡ ਹੈ। ਅੱਛਾ ਆਪਣੇ ਘਰ ਦੀ ਜਿਹੜੀ ਹੈ। ਅੱਛਾ ਇਹ ਹੋਮ ਬਰੀਡ ਤੁਹਾਨੂੰ 5 ਸਾਲ ਹੋ ਗਏ ਤੇ ਛੋਟੇ ਛੋਟੇ ਨੇ ਇਹ ਸਰ ਮੈਂ ਤੁਹਾਨੂੰ ਦਿਖਾਉਣਾ ਵਾ। ਇਹ ਇਧਰ ਨੂੰ ਥੋੜੀ ਨਿਗਾਹ ਮਾਰਿਓ ਜੀ। ਅੱਛਾ ਇਹ ਬੱਚੇ ਅਲੱਗਾ ਨੇ ਜਿਹੜੇ ਮਤਲਬ ਇਹ ਹੈ ਕਿ 2 ਸਾਲ ਤੋਂ ਪਲੱਸ ਨਾ ਉਹਨਾਂ ਦਾ ਪੋਸ਼ਣ ਅਲੱਗਾ। ਉਹ ਜੋਟੀਆਂ ਅਲੱਗ ਨੇ ਜੀ। ਇਹ 6 ਮੰਥ ਜਿਹੜੀਆਂ ਮੈਂ ਖਾਂਗੜਾ ਕਹਿ ਰਿਹਾ ਕਿ 5-6 ਮਹੀਨੇ ਦੀ ਸੂਈ ਹੋਈ ਹੈ, ਇਹ ਉਹ ਬੱਚੇ ਨੇ। ਜ਼ਬਰਦਸਤ ਹੋ ਗਿਆ। ਇਹ ਹੁਣ ਲੋਕ ਕਮੈਂਟਸ ਵੀ ਕਰਨਗੇ, ਮੇਰੀ ਗੱਲ ਸੁਣੋ। ਮਾਸ਼ਾਅੱਲਾ ਇਹ ਭਾਈ ਤਾਰਕ ਇਹ ਬਣਾਇਆ ਹਲੇ ਫਰੈਸ਼ ਹੀ ਬਣਾਇਆ, ਤਕਰੀਬਨ ਕੋਈ ਕਲਰ ਸ਼ਲਰ ਨਹੀਂ ਕਰਾਇਆ, ਬਹਿਣ ਉੱਠਣ ਲਈ ਕੋਈ ਆਏਗਾ ਮਹਿਮਾਨਾਂ ਵਾਸਤੇ। ਡੇਰਾ ਬਣ ਗਿਆ, ਡੇਰਾ ਬਣਿਆ। ਜ਼ਬਰਦਸਤ ਹੋ ਗਿਆ। ਇਹ ਪੋਰਸ਼ਨ ਇਹ ਸਰ ਉਹ ਪੋਰਸ਼ਨ ਹੈ ਜਿੱਥੇ ਆਪਣੀਆਂ ਲਿਆਰੀਆਂ ਮੱਝਾਂ ਬੰਨੀ ਦੀਆਂ, ਬੱਚੇ ਵੀ ਇੱਥੇ ਆਏ ਨੇ। ਪਰ ਭਾਈ ਆ ਜਾਓ ਤੁਹਾਨੂੰ ਦੂਸਰਾ ਫਾਰਮ ਹੀ ਦਿਖਾਈਏ। ਅੱਛਾ ਇਹ ਦੂਸਰਾ ਪੋਰਸ਼ਨ ਹੈ। ਜੀ ਗੱਬਣਾ ਵਾਲਾ। ਮਾਸ਼ਾਅੱਲਾ ਜੀ। ਇਹ ਭਾਈ ਤਾਰਕ ਉਹ ਹੈ ਜਿਹੜਾ ਤਕਰੀਬਨ 7 ਮੰਥ ਤੋਂ ਅੱਗੇ। ਅੱਛਾ 7 ਮਹੀਨੇ ਤੋਂ ਉੱਤੇ ਵਾਲੇ ਜਾਨਵਰ। 7 ਮਹੀਨੇ ਤੋਂ ਉੱਤੇ ਵਾਲੇ। ਮਾਸ਼ਾਅੱਲਾ ਬੜਾ ਜ਼ਬਰਦਸਤ। ਇਹ ਸਾਰੇ ਅਸੀਂ ਲਹਿਦਾ ਇਸ ਵਜ੍ਹਾ ਤੋਂ ਬਣਾਏ ਨੇ ਅੱਛਾ ਕਿ ਇਹਨਾਂ ਨੂੰ ਖੁਰਾਕ ਅੱਛੀ ਦਿੱਤੀ ਜਾਵੇ। ਅੱਛਾ ਅਗਰ ਤੁਸੀਂ ਅੱਛੀ ਫਾਰਮਿੰਗ ਕਰਨਾ ਚਾਹੁੰਦੇ ਜੇ ਨਾ ਜੀ ਤੇ ਉਹ ਤੁਹਾਨੂੰ ਪੋਸ਼ਣ ਬਣਾਉਣੇ ਪੈਣਗੇ। ਅੱਛਾ ਪੋਰਸ਼ਨ। ਹਾਂਜੀ ਮਤਲਬ ਕਿ ਦੁੱਧ ਵਾਲੇ ਜਿਹੜੇ ਜ਼ਿਆਦਾ ਦੁੱਧ ਦੇਣ ਵਾਲੇ ਨੇ ਉਹਨਾਂ ਦਾ ਹੋਰ। ਬਿਲਕੁਲ। ਇਹ ਜਿਹੜੀਆਂ ਮੇਰੀਆਂ ਮੱਝਾਂ ਨੇ ਇਹ ਅਲਹਮਦੁਲਿਲਾ ਇਹ 7ਵਾਂ ਕ੍ਰਾਸ ਕੀਤਾ। ਅੱਛਾ ਕੋਈ 6ਵਾਂ 7ਵਾਂ ਮਤਲਬ। ਅੱਛਾ ਇਹਨਾਂ ਦੀ ਖੁਰਾਕ ਲੈਦਾ। ਅੱਛਾ ਇਹਨਾਂ ਦਾ ਵੰਡਾ ਰੂਟੀਨ ਜਾਂ ਸਾਰਾ ਕੁਝ ਜੀ ਜ਼ਬਰਦਸਤ ਹੋ ਇਹ ਕੰਪੀਟੀਸ਼ਨ ਜਿਹੜੇ ਹੋਣੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਮੱਝਾਂ ਇਹ ਹੈ ਨੇ। ਮਤਲਬ ਇਹ ਤੁਹਾਡੀਆਂ ਉਹ ਮੱਝਾਂ ਨੇ ਜਿਹੜੀਆਂ ਜ਼ਿਆਦਾ ਵੱਡਾ ਦੁੱਧ ਕਰਨ ਵਾਲੀਆਂ। ਜੀ ਜ਼ਬਰਦਸਤ ਹੋ ਗਿਆ। ਤੇ ਇਹ ਜਿਹੜੀਆਂ ਨੇ ਇਹ 3 ਤੋਂ 4 ਮੰਥ ਵਾਲੀਆਂ ਜਿਹੜੀਆਂ 10ਵੇਂ ਜਾ ਕੇ ਜਿਹੜੇ ਕਨਫਰਮ ਹੋ ਗਿਆ ਨੇ ਗੱਬਣਾ ਇਧਰ ਨੇ। ਜ਼ਬਰਦਸਤ ਹੋ ਗਿਆ। ਇਹਨਾਂ ਦਾ ਪੋਸ਼ਣ ਅਲੱਗਾ ਹੈ। ਅੱਛਾ ਇਹਨਾਂ ਦੀ ਖੁਰਾਕ ਚ ਉਹ ਸਪੈਸ਼ਲ ਪ੍ਰੋਟੋਕੋਲ ਸ਼ਾਮਿਲ ਨਹੀਂ ਹੈ ਵੀ ਇਹਨਾਂ ਦੇ ਵੀ, ਲੇਕਿਨ ਕਿ ਇਹਨਾਂ ਦੇ ਜਿਹੜਾ ਆਪਣਾ ਦੁੱਧ ਲੈਣ ਵਾਸਤੇ ਨਾ ਅੱਛਾ ਮਿਲਕ ਲੈਣ ਵਾਸਤੇ ਇਹਨਾਂ ਨੂੰ ਪ੍ਰੋਟੋਕੋਲ ਲਾਉਣਾ ਪੈਂਦਾ, ਮਤਲਬ ਆਇਲ ਘੀ ਜਾਂ ਕੋਈ ਚੀਜ਼ ਦੇਣੀ ਹੈ। ਅੱਛਾ ਤਨਵੀਰ ਵੀ ਮੇਰੇ ਨਾਲ ਦੇਣ ਇੱਕ ਕੁਐਸਚਨ ਆ ਗਿਆ ਕਿ ਇਹ ਮਤਲਬ ਇਹ ਕਿ ਅੱਛਾ ਦੁੱਧ ਲਾਉਣ ਵਾਸਤੇ ਜਾਨਵਰ ਨੂੰ ਆਖਰੀ 2-3 ਮਹੀਨੇ ਅੱਛੀ ਤਿਆਰੀ ਦੇਣੀ ਜ਼ਰੂਰੀ ਹੈ। ਬਿਲਕੁਲ ਜ਼ਰੂਰੀ ਹੈ ਸਰ। ਅਗਰ ਤੁਸੀਂ ਉਹ ਤਿਆਰੀ ਨਹੀਂ ਦਿੰਦੇ ਤੁਸੀਂ ਕੋਈ ਵੀ ਮੇਲਾ ਨਹੀਂ ਖੇਲ ਸਕਦੇ। ਮਤਲਬ ਅਗਲੇ ਸੂਬੇ ਤੁਸੀਂ ਅੱਛਾ ਦੁੱਧ ਨਹੀਂ ਲੈ ਸਕਦੇ। ਤੇ ਤੁਸੀਂ ਕੀ ਤਿਆਰੀ ਦਿੰਦੇ ਜੇ ਆਖਰੀ ਮਹੀਨੇ? ਅਸੀਂ ਸਾਰੇ ਇਹਨਾਂ ਨੂੰ ਅਗਰ ਗਰਮੀ ਹੈ ਸਰਸੋਂ ਦਾ ਤੇਲ। ਅੱਛਾ ਅਗਰ ਸਰਦੀ ਹੈ ਤੇ ਤਿਲਾਂ ਦਾ ਤੇਲ, ਮਿੱਠਾ ਤੇਲ ਜਿਹਨੂੰ ਆਂਦੇ। ਅੱਛਾ ਫਿਰ ਆਖਰਲੇ ਮਹੀਨੇ ਇਹਨਾਂ ਨੂੰ ਮੱਖਣ ਅੱਛਾ ਤੇ ਦੇਸੀ ਘਿਓ ਦਾ 2-3 ਕਿਲੋ ਦਿੰਨੇ ਬਸ। ਅੱਛਾ ਉਹ ਲਾਜ਼ਮੀ ਦੇਣਾ। ਉਹ ਲਾਜ਼ਮੀ। ਤੇ ਵੰਡਾ ਆਖਰੀ ਦਿਨ ਚ ਵੀ ਯੂਜ਼ ਕਰ ਦੋ, ਆਖਰੀ 2-3 ਜੀ ਜ਼ਰੂਰ। ਵੰਡਾ ਲਾਜ਼ਮੀ। ਵੰਡਾ ਲਾਜ਼ਮ। ਜ਼ਬਰਦਸਤ ਹੋ ਗਿਆ ਮਾਸ਼ਾਅੱਲਾ। ਅੱਛਾ ਇਸ ਤੋਂ ਬਾਅਦ ਇਹ ਤੁਹਾਡਾ ਹੋ ਗਿਆ 7-8 ਮਹੀਨੇ ਵਾਲੇ। ਇਹ ਹੋ ਗਏ ਕਨਫਰਮ ਗੱਬਨ ਜਿਹੜੀਆਂ 4-5 ਮਹੀਨੇ ਵਾਲੀਆਂ। 4-5 ਮਹੀਨੇ ਵਾਲੀਆਂ। ਜ਼ਬਰਦਸਤ ਹੋ ਗਿਆ ਮਾਸ਼ਾਅੱਲਾ। ਅੱਛਾ ਇਸ ਦੇ ਨਾਲ ਹੀ ਪਾਣੀ ਸਾਰਿਆਂ ਦੇ ਨਾਲ ਹੀ ਅਟੈਚ ਹੈ। ਜੀ ਪਾਣੀ ਸਾਰਿਆਂ ਦੇ ਨਾਲ ਹੀ ਅਟੈਚ ਹੈ। ਆਪਣੀ ਮਰਜ਼ੀ ਨਾਲ ਜਾਨਵਰ ਪਾਣੀ ਪੀਵੇ। ਜੀ ਜ਼ਬਰਦਸਤ। ਇਹ ਦੇਖੋ ਨਾ ਜੀ ਹਰ ਦੇ ਨਾਲ ਪਾਣੀ ਅਟੈਚ ਆਏਗਾ। ਅੱਛਾ ਤੇ ਇਹ ਪੋਰਸ਼ਨ ਅਗਲਾ ਸਰ। ਇਹ ਪੋਰਸ਼ਨ ਜਿਹੜਾ ਹੈ ਜਿਹੜੇ ਤਕਰੀਬਨ ਕੋਈ 1.5 ਸਾਲ ਤੋਂ ਉੱਪਰ ਵਾਲੀ ਬਰੀਡ ਹੈ ਮੇਰੀ ਘਰ ਦੀ। ਇਹ ਤੁਹਾਡਾ ਫਿਊਚਰ ਹੈ ਜੀ? ਇਹ ਸਾਡਾ ਫਿਊਚਰ ਹੈ। ਹੋਮ ਬਰੀਡ ਜਿਹੜੀ ਮਾਸ਼ਾਅੱਲਾ। ਕਿੰਨੀਆਂ ਕਿੰਨੇ ਇਸ ਟਾਈਮ? ਇਹ ਆ ਜਾਓ ਭਾਈ ਤਾਰਕ ਤੁਹਾਨੂੰ ਚੈੱਕ ਕਰਵਾਉਂਦੇ ਆ। ਅੱਛਾ ਇਹ ਤਕਰੀਬਨ 35 ਜਾਨਵਰ ਆਏ ਨੇ ਇਹ ਵੀ। ਅੱਛਾ 35 ਇਹ ਸਾਰੀਆਂ ਝੋਟੀਆਂ ਨੇ? ਇਹ ਸਾਰੀਆਂ ਝੋਟੀਆਂ ਵਿੱਚ 2-3 ਕੱਟੇ ਨੇ, ਬਾਕੀ ਝੋਟੀਆਂ ਸਾਰੀਆਂ। ਅੱਛਾ ਜ਼ਬਰਦਸਤ। ਤੇ ਕੱਟਿਆਂ ਦਾ ਤੁਸੀਂ ਕੀ ਕਰਦੇ ਹੋ? ਛੋਟੇ ਹੀ ਸੇਲ ਕਰਦੇ ਹੋ? ਇਹ ਛੋਟੇ ਸੇਲ ਕਰ ਦਈਦੇ ਔਰ ਆ ਜਾਂਦੇ ਆ ਮਤਲਬ ਕਿ ਅੱਛੀਆਂ ਮੱਝਾਂ ਜਿਹੜੀਆਂ ਕੰਪੀਟੀਸ਼ਨ 'ਚ ਜਾਂਦੀਆਂ ਜਾਂ ਅੱਛੇ ਦੁੱਧ ਵਾਲੀਆਂ ਉਹ ਸਾਡੇ ਇੱਥੇ ਫਾਰਮਰ ਲੈ ਜਾਂਦੇ ਕੱਟੇ। ਜ਼ਬਰਦਸਤ ਹੋ ਗਿਆ। ਹਾਂਜੀ। ਅੱਛਾ ਤੇ ਤਨਵੀਰ ਭਾਈ ਕਿੰਨੇ ਕਰਸੇ ਦੀ ਜੋੜ, ਮਤਲਬ ਇਹਨਾਂ ਦੀ ਕੀ ਉਮਰ ਹੈ ਇਹਨਾਂ ਝੋਟੀਆਂ ਦੀ? ਇਹ ਤੱਕ 2 ਸਾਲ ਤੋਂ ਥੱਲੇ ਹੀ ਹੈ ਭਾਈ ਤਾਰਕ। ਅੱਛਾ ਸਾਰੀਆਂ 2 ਸਾਲ ਤੋਂ? ਹਾਂਜੀ 2 ਸਾਲ ਤੋਂ ਥੱਲੇ ਹੀ ਹੈ। ਜ਼ਬਰਦਸਤ ਹੋ ਗਿਆ ਮਾਸ਼ਾਅੱਲਾ। ਬੜਾ ਇਹਦੇ ਵਿੱਚੋਂ 1-2 ਝੋਟੀਆਂ ਗੱਭਣਾ ਵੀ ਨੇ। ਅੱਛਾ ਹਾਂਜੀ ਇਹ ਝੋਟੀ ਵੀ ਗੱਭਣ ਹੈ। ਅੱਛਾ ਇਹ ਕੱਟਾ ਵੀ ਤੁਹਾਨੂੰ ਦਿਖਾਉਂਦੇ ਬਾਹਰ ਕੱਢ ਕੇ। ਇਹ ਮਾਸ਼ਾਅੱਲਾ 1 ਸਾਲ ਤੇ ਤਕਰੀਬਨ ਕੋਈ 7-8 ਮਾਹ ਦਾ ਕੱਟਾ ਹੋ। ਅੱਛਾ ਸਾਡਾ ਫਿਊਚਰ ਬਰੀਡਰ ਵੀ ਅਸੀਂ ਉਹਨੂੰ ਕਹਿੰਦੇ ਆ। ਮਤਲਬ ਇਹ ਕਿ ਬੜਾ ਅੱਛਾ ਤੁਸੀਂ ਮੈਨੇਜ ਕੀਤਾ ਹੈ। ਜੀ
ਝੋਟੀਆਂ ਅਲੱਗਾ ਨੇ, ਗੱਭਣਾ 2-3 ਮਹੀਨੇ ਵਾਲੀਆਂ ਅਲੱਗ ਨੇ, ਜੀ ਜੀ 5-6 ਮਹੀਨੇ ਵਾਲੀਆਂ ਅਲੱਗ ਨੇ, ਜੀ ਜੀ ਇਸੇ ਤਰ੍ਹਾਂ ਦੁੱਧ ਦੇਣ ਵਾਲੀਆਂ ਅਲੱਗਾ ਨੇ। ਅਲੱਗਾ ਇਹ ਜਦੋਂ ਵੀ ਤੁਸੀਂ ਬਰੀਡਿੰਗ ਅਗਰ ਕਰਨੀ ਹੈ ਨਾ, ਜੀ ਜੀ ਤੁਹਾਨੂੰ ਇਹ ਮੈਂ ਅੱਗੇ ਵੀ ਦੱਸ ਚੁੱਕਿਆ ਕਿ ਪੋਸ਼ਨ ਬਣਾਉਣੇ ਪੈਣਗੇ। ਅੱਛਾ ਬਲਕਿ ਮੈਂ ਇਹਨਾਂ ਸਰਦੀਆਂ ਦੇ ਵਿੱਚ ਇਹ ਸਾਹਮਣੇ ਜਗ੍ਹਾ ਜਿੱਥੋਂ ਗੇਟ ਚੋਂ ਐਂਟਰ ਹੋਈਦਾ ਨਾ, ਜੀ ਜੀ ਬਾਹਰ ਆਪਣੀ ਜਗ੍ਹਾ ਪਈ ਹੈ, ਉੱਥੇ ਕੋਈ 2 ਸ਼ੈੱਡ ਬਣਾ ਰਿਹਾ। ਅੱਛਾ ਇਹ ਜਿਹੜਾ ਮੇਰਾ ਪਿੱਛੇ ਆ ਰਿਹਾ ਨਾ ਮਾਲ, ਛੋਟੇ ਬੱਚੇ ਆ ਰਹੇ ਨੇ, ਉਹਨਾਂ ਵਾਸਤੇ ਨਹੀਂ ਜਗ੍ਹਾ ਹੈ। ਕਿਉਂਕਿ ਅਗਰ ਉਹ ਛੋਟੇ ਬੱਚੇ ਉੱਥੇ ਹੀ ਰਹਿਣਗੇ ਤੇ ਉਹ ਜਿਹੜੇ ਅੱਗੇ 6ਵਾਂ 7ਵਾਂ 8ਵਾਂ 10ਵਾਂ ਮਹੀਨਾ ਆ ਰਿਹਾ, ਉਹਦੇ ਬੱਚੇ ਜਿਹੜੇ ਉਹ ਨਹੀਂ ਹੈ, ਮੇਰੇ ਕੋਲ ਜਗ੍ਹਾ ਨਹੀਂ ਹੈ। ਮਤਲਬ ਤੁਸੀਂ ਛੋਟੇ ਬੱਚਿਆਂ ਦੇ 2 ਗਰੁੱਪ ਬਣਾ ਰਹੇ ਹੋ? 2 ਗਰੁੱਪ ਬਣਾਉਣੇ ਆ, ਇੱਕ ਤਾਂ ਇਹ ਗਰੁੱਪ ਹੈ, ਅੱਛਾ ਇੱਕ ਹੋਰ ਮੈਨੂੰ ਬਣਾਉਣਾ ਪੈਣਾ ਹੁਣ। ਜ਼ਬਰਦਸਤ ਹੋ ਗਿਆ। ਉਹਦੇ ਵਾਸਤੇ ਇਨਸ਼ਾਅੱਲਾ ਕਿ ਆ ਥੋੜੀ ਗਰਮੀ ਜਾਂਦੀ ਹੈ, ਅੱਛਾ ਅੱਛਾ ਉਹ ਪੋਸ਼ਨ ਬਣਾ ਕੇ ਤੇ ਉਹ ਛੋਟੇ ਬੱਚਿਆਂ ਦਾ ਲਹਿਦਾ ਕਰਾਂਗੇ। ਜ਼ਬਰਦਸਤ ਹੋ ਗਿਆ। ਫਿਰ ਮੇਰਾ ਇੱਕ ਹੋਰ ਇਰਾਦਾ ਹੈ, ਅੱਛਾ ਮੇਰਾ ਇਰਾਦਾ ਹੈ ਕਿ ਕੱਟੇ ਔਰ ਕੱਟੀਆਂ ਇਹਨਾਂ ਨੂੰ ਅਲੱਗਾ ਪੋਸ਼ਨ ਹੋਣ ਨਾ, ਫੇਰ ਹੀ ਮਜ਼ਾ ਆਉਂਦਾ ਹੈ। ਹਾਂ ਵੀ ਕੱਟਿਆਂ ਦੀ ਖੁਰਾਕ ਥੋੜੀ ਜ਼ਿਆਦਾ ਬਿਹਤਰ ਹੋਵੇ। ਫਿਰ ਇੱਕ ਕੰਮ ਹੋਰ ਜ਼ੇਨ ਚ ਆਉਂਦਾ ਹੈ ਕਿ ਜਿਹੜੀਆਂ ਹਾਈ ਲੈਵਲ ਮਿਲਕਿੰਗ ਮੱਝਾਂ, ਉਹਨਾਂ ਦੇ ਬੱਚੇ ਹੀ ਅਲੱਗਾ ਹੋਣਾ ਚਾਹੀਦਾ। ਸ਼ੁਰੂ ਤੋਂ ਅਲੱਗਾ ਹੋਣਾ ਚਾਹੀਦਾ, ਉਹਦੀ ਮਾਂ, ਉਹਦਾ ਸਾਰਾ ਸਿਸਟਮ ਹੀ ਅਲੱਗਾ ਹੋਵੇ। ਜ਼ਬਰਦਸਤ ਹੋ ਗਿਆ ਮਾਸ਼ਾਅੱਲਾ। ਹੁਣ ਅਸੀਂ ਦੋਸਤਾਂ ਨੂੰ ਸ਼ੋਅ ਕਰਵਾਉਂਦੇ ਆ ਜੀ ਜਿਹੜੀਆਂ ਮੱਝਾਂ ਫਰੈਸ਼ ਨੇ। ਜੀ ਜੀ ਵੀ ਕੀ ਤੁਹਾਡੇ ਕੋਲ ਐਵਰੇਜ ਕੀ ਆ ਰਹੀ ਦੁੱਧ ਦੀ, ਮਤਲਬ ਤੁਸੀਂ ਕਿੰਨਾ? ਇਹ ਪੈਤਾਰਕ ਗਰਮੀ ਦੇ ਵਿੱਚ ਐਵਰੇਜ ਜਿਹੜੀ ਹੈ ਨਾ ਤਕਰੀਬਨ 20 ਪਲੱਸ। ਗਰਮੀ ਬੜੀ ਨਹੀਂ ਸਰ? ਗਰਮੀ ਉਹਨਾਂ ਨਾਲ ਮੈਨੇਜ ਵੀ ਕਰੀਦਾ ਨਾ, ਕਿ ਇਹਨਾਂ ਨੂੰ ਪਹਿਲੇ ਆਪਣਾ ਨਹਿਰ ਤੇ ਲੈ ਕੇ ਜਾਈਦਾ। ਅੱਛਾ ਉੱਪਰੋਂ ਫਿਰ ਲੈ ਕੇ ਆਈਏ, ਪੱਖੇ ਲੱਗੇ ਹੋਏ ਨੇ, ਮੈਂ ਤੁਹਾਨੂੰ ਸਾਰਾ ਸੈਟਅਪ ਦਿਖਾਉਣਾ। ਫਿਰ ਇਹਨਾਂ ਦੀ ਖੁਰਾਕ ਤੇ ਜ਼ਿਆਦਾ ਫੋਕਸ ਰੱਖੀਦਾ। ਹੁਣ ਇਧਰ ਆਓ, ਮੈਂ ਤੁਹਾਨੂੰ ਦਿਖਾਉਣਾ। ਅੱਛਾ ਮਤਲਬ ਇਹ ਕਿ ਮੈਂ ਮੌਸਮ ਦਾ ਅਗਰ ਤੁਸੀਂ ਅੱਛੀ ਮੈਨੇਜਮੈਂਟ ਕਰ ਲਓ ਤਾਂ ਮੌਸਮ ਦਾ ਵੀ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਮੱਝ ਨੂੰ ਖਾਸ ਕਰਕੇ। ਨਹੀਂ ਸਰ, ਇਹ ਦੇਖੋ ਨਾ, ਇਹ ਜਿਹੜੀ ਖੁਰਾਕ ਹੈ, ਅੱਛਾ ਇਹ ਚੈੱਕ ਕਰਵਾਓ। ਅੱਛਾ ਦੋਸਤਾਂ ਨਾ, ਇਹਦੇ ਵਿੱਚ ਹੁਣ ਕਰੇ ਨੇ ਤੇ ਔਰ ਮੱਕੀ ਦੀ ਖਾਲ ਹੈ ਤਿਆਰੀ ਵਾਲੀ। ਅੱਛਾ ਅਸੀਂ ਆਮ ਰੂਟੀਨ ਦੇ ਵਿੱਚ ਵੀ ਇਹਨਾਂ ਨੂੰ ਅੱਛਾ ਦੁੱਧ ਲੈਣ ਵਾਸਤੇ ਨਾ ਅੱਛੇ ਹੀ ਮਤਲਬ ਖੁਰਾਕ ਦਿੰਦੇ ਹਾਂ। ਇਹ ਥੋੜਾ ਫਾਰਮੂਲਾ ਦੱਸ ਦਿਓ ਕੀ ਚੀਜ਼ਾਂ ਤੁਸੀਂ? ਇਹ ਸਰ ਕੌੜੀ ਖਾਲ ਹੈ, ਅੱਛਾ ਜਿਹੜੀ ਸਰਸੋਂ ਦੀ ਖਾਲ ਹੈ। ਅੱਛਾ ਕਰੇ ਨੇ 2, ਇਹ ਦੇਖੋ ਕਰੇ ਕਿਹੜੇ ਇਹ ਆਪਣਾ ਮੂੰਗੀ ਦਾ ਤੇ ਮਾਸ਼ ਦਾ। ਅੱਛਾ ਮੂੰਗੀ ਤੇ ਮਾਸ਼ ਦਾ ਕਰਾ। ਇਹ ਮੱਕੀ ਦੀ ਖਾਲ ਹੈ। ਅੱਛਾ 4 ਚੀਜ਼ਾਂ। ਹਾਂਜੀ ਦੁਬਾਰਾ ਰਿਪੀਟ ਕਰੇ ਜੇ। ਖਲ ਸਰਸੋਂ, ਮੂੰਗੀ ਦਾ ਕਰਾ, ਮਾਸ਼ ਦਾ ਕਰਾ, ਮੱਕੀ ਦੀ ਖਾਲ ਇਰਫਾਨ ਵਾਲਿਆਂ ਦੀ, ਚੋਕਰ। ਇਹ 5 ਚੀਜ਼ਾਂ ਜੀ। ਇਹ ਤੁਸੀਂ ਕਿੰਨਾ ਟਾਈਮ ਪਕਾਉਂਦੇ ਹੋ? ਇਹ ਸਾਰੇ ਅਸੀਂ ਤਕਰੀਬਨ 3 ਘੰਟੇ ਪੀਂਦੇ ਹਾਂ। ਅੱਛਾ ਇਹ ਤੁਹਾਡੀ ਲਿਆਰੀਆਂ ਮੱਝਾਂ ਦੀ ਫਰੈਸ਼? ਹਾਂਜੀ, ਹੁਣ ਇਹਨਾਂ ਨੂੰ ਪਾ ਕੇ ਨਾ ਲਿਆਰੀਆਂ ਨੂੰ ਚੁਆਈ ਸ਼ੁਰੂ ਕਰ ਦੇਣੀ। ਜ਼ਬਰਦਸਤ ਹੋ ਗਿਆ। ਤੇ ਸਰਦੀ ਦੇ ਵਿੱਚ ਵੀ ਇਹੀ ਚੱਲਦਾ? ਸਰਦੀ ਦੇ ਵਿੱਚ ਵੀ, ਸਰਦੀ 'ਚ ਅਸੀਂ ਜ਼ਿਆਦਾ ਖੁਸ਼ਕ ਦਿੰਦੇ ਹਾਂ। ਅੱਛਾ ਮਤਲਬ ਖੁਸ਼ਕ ਵੰਡਾ ਪੇਈਦਾ ਨਹੀਂ ਇੰਨਾ। ਪੇਈਦਾ ਨਹੀਂ, ਅਗਰ ਪੇਣਾ ਵੀ ਤਾਂ 5-10 ਮਿੰਟ ਬਸ। ਅੱਛਾ ਤੇ ਇਹ ਕਿੰਨੇ ਘੰਟੇ ਪੈਂਦੇ ਹੋ? ਇਹ ਸਰ 3 ਘੰਟੇ, ਕਿਉਂਕਿ ਇਹਦੇ ਵਿੱਚ ਜਿਹੜੀ ਉਹ ਕੌੜੀ ਖਾਲ ਪਾਈ ਹੈ ਨਾ ਸਰਸੋਂ ਦੀ, ਉਹਨੂੰ ਥੋੜਾ ਟਾਈਮ ਚਾਹੀਦਾ। ਹਾਂ ਉਹ ਗਰਮੀ ਨੂੰ ਕੰਟਰੋਲ ਕਰਨ ਵਾਸਤੇ ਉਹ ਬੜੀ ਜ਼ਬਰਦਸਤ ਹੈ। ਬਾਦੀ ਸ਼ਾਦੀ ਵੀ ਉਹ ਇਸ ਵਜ੍ਹਾ ਤੇ ਮੈਂ ਕਹਿ ਰਿਹਾ ਕਿ ਪੂਰਾ ਮੈਨੇਜ ਕਰਨਾ ਪੈਂਦਾ। ਅਗਰ ਇਹਨਾਂ ਨੂੰ ਤੁਸੀਂ ਪੀਕ ਤੇ ਲੈ ਕੇ ਜਾਣਾ ਨਾ ਮੱਝਾਂ ਨੂੰ, ਤੇ ਪੂਰਾ ਫਿਰ ਮੈਨੇਜ ਕਰਨਾ ਪਏਗਾ। ਜ਼ਬਰਦਸਤ, ਪੂਰੀ ਤਰਤੀਬ ਕਰਨੀ ਪੈਣੀ। ਅੱਛਾ ਹੁਣ ਜ਼ਰਾ ਅਸੀਂ ਦੋਸਤਾਂ ਨੂੰ ਵਿਖਾਉਂਦੇ ਆ ਜੀ ਜਿਹੜੀਆਂ ਤਾਜ਼ਾ ਸੂਈਆਂ ਮੱਝਾਂ। ਹਾਂਜੀ ਇਹ ਕੋਈ ਮੈਂ ਤੁਹਾਨੂੰ ਦੱਸਿਆ ਸੀ ਕਿ 8-7 ਮੱਝਾਂ ਆਇਆ ਨੇ। ਅੱਛਾ ਇਹ ਉਹਨਾਂ ਦੇ ਬੱਚੇ ਨੇ ਮਾਸ਼ਾਅੱਲਾ। ਇਹ ਤੁਸੀਂ ਦੇਖੋ ਕਿ ਗਰਮੀ ਦੇ ਵਿੱਚ ਨਹੀਂ ਤੇ ਬੱਚੇ ਜਿੰਨੀ ਇੱਥੇ ਗਰਮੀ ਪੈ ਰਹੀ ਹੈ ਨਾ, ਇਹ ਬੱਚੇ ਤੇ ਵਿਚਾਰੇ ਮਾਸੂਮ ਨੇ। ਇਹ ਤੇ ਬੰਦਿਆਂ ਦਾ ਹਾਲ ਕੋਈ ਨਹੀਂ ਹੈ। ਇਹ ਤੇ ਫਿਰ ਨਿੱਕੇ ਫਿਰ ਵੀ ਮਾਸ਼ਾਅੱਲਾ ਫਿੱਟ ਨੇ। ਹਾਂ ਠੀਕ ਹੈ, ਜਿਵੇਂ ਥੋੜੀ ਪੱਖੇ ਸ਼ੱਕੇ ਲੱਗੇ ਹਰ ਚੀਜ਼ ਨਾ। ਅੱਛਾ ਜ਼ਬਰਦਸਤ ਹੋ ਗਿਆ। ਇਹ ਹੁਣ ਕੱਲ ਪਰਸੋਂ ਸੂਈ ਹੈ। ਅੱਛਾ ਇਹ 3-4 ਦਿਨਾਂ ਦੇ। ਜ਼ਬਰਦਸਤ ਹੋ ਗਿਆ। ਅੱਛਾ ਇਹ ਅਗਲਾ ਪੋਰਸ਼ਨ ਜਿੱਥੇ ਜਾਨਵਰ ਜਿਹੜੇ ਨੇ ਇਹ ਸਰ ਫਰੈਸ਼ ਜਾਨਵਰ ਜਿਹੜੇ ਸੂਏ ਨਾ, ਇਹਨਾਂ ਦੇ ਜਿਹੜੇ ਬੱਚੇ ਦਿਖਾਏ ਨੇ, ਇਹਨਾਂ ਦੇ ਆਪਣਾ ਮਾਵਾਂ ਤੁਹਾਨੂੰ ਦਿਖਾਉਂਦੇ ਜੀ। ਭਾਈ ਤਾਰਕ ਜੀ ਇਹ ਸਾਡੀਆਂ ਜਿਹੜੀਆਂ ਮਿਲਕਿੰਗ ਵਾਲੀਆਂ ਮੱਝਾਂ ਨੇ ਨਾ, ਇਹ ਉਹਨਾਂ ਦਾ ਪੋਸ਼ਨ ਹੈ। ਅੱਛਾ ਇਹ ਤਕਰੀਬਨ ਹੁਣ ਤੁਹਾਨੂੰ ਅੱਗੇ ਦੱਸਿਆ ਸੀ ਕਿ ਸੂਆ ਥੋੜਾ ਜਿਹਾ ਘਟਿਆ ਹੋਇਆ। ਅੱਛਾ ਹਾਂ ਗਰਮੀ ਹੁਣ ਤੁਸੀਂ? ਹਾਂਜੀ ਗਰਮੀ ਦੇ ਵਿੱਚ। ਅੱਛਾ ਮਾਸ਼ਾਅੱਲਾ। ਇਹ ਤਕਰੀਬਨ ਇੰਨੀਆਂ ਕਿ ਨੇ, ਕੋਈ ਮੱਝਾਂ ਇਹਨਾਂ ਵਿੱਚੋਂ ਕੋਈ 5-7 ਸੂਈਆਂ। ਅੱਛਾ ਬਾਕੀ ਕੋਈ 2-2 ਮਹੀਨੇ, ਕੋਈ 2.5 ਮਹੀਨੇ ਦੀਆਂ ਸੂਈਆਂ ਹੋਈਆਂ। ਜ਼ਬਰਦਸਤ ਹੋ ਗਿਆ। ਅੱਛਾ ਜਿਹੜਾ ਤੁਸੀਂ ਦੱਸ ਰਹੇ ਸੀ 18 ਤੋਂ 20 ਕਿਲੋ ਐਵਰੇਜ, ਉਹ ਇਹਨਾਂ ਮੱਝਾਂ ਦੀ? ਇਹਨਾਂ ਮੱਝਾਂ ਦੀ। ਅੱਛਾ ਤਨਵੀਰ ਵੀ ਇਹਨਾਂ ਮੱਝਾਂ ਨੂੰ ਤੁਸੀਂ ਕੀ ਪ੍ਰੋਟੋਕੋਲ ਦਿੰਦੇ ਹੋ, ਮਤਲਬ ਕੀ ਖੁਰਾਕ ਦਿੰਦੇ ਹੋ? ਸਰ ਇਹਨਾਂ ਨੂੰ ਵੰਡਾ ਤੇ ਪੱਠਾ ਚਾਰਾ। ਕਿੰਨਾ ਵੰਡਾ ਦਿੰਦੇ ਹੋ? ਇਹਨਾਂ ਨੂੰ 4 ਕਿਲੋ ਵੰਡਾ ਦੇ ਦਿੰਦੇ। ਇੱਕ ਦਿਨ ਦਾ ਜਾਂ ਇੱਕ ਟਾਈਮ ਦਾ? ਮਤਲਬ 8 ਕਿਲੋ ਵੰਡਾ। 8 ਕਿਲੋ ਵੰਡਾ। ਜ਼ਬਰਦਸਤ ਹੋ ਗਿਆ ਮਾਸ਼ਾਅੱਲਾ। ਕਿਉਂਕਿ ਗਰਮੀ ਜ਼ਿਆਦਾ, ਅਗਰ ਇਹਨਾਂ ਨੂੰ ਮੇਨਟੇਨ ਰੱਖਣਾ ਨਾ ਤੁਸੀਂ ਇੰਨੇ ਦੁੱਧ ਦੇ ਉੱਤੇ, ਵੰਡਾ ਲਾਜ਼ਮ ਤੁਹਾਨੂੰ ਇੰਨਾ ਦੇਣਾ ਪਏਗਾ। ਜ਼ਬਰਦਸਤ ਹੋ ਗਿਆ ਮਾਸ਼ਾਅੱਲਾ। ਅੱਛਾ ਇਹ ਬੜਾ ਜ਼ਬਰਦਸਤ ਹੈ, ਮਤਲਬ ਹੈ ਕਿ ਤੁਹਾਡਾ ਸਾਰੇ ਜਾਨਵਰਾਂ ਦਾ ਅਲੱਗ ਜਿਵੇਂ ਜਾਨਵਰ ਨੇ ਉੱਥੇ ਬੱਚਾ ਦੇਣਾ ਉਹਨੇ ਇਧਰ ਸ਼ਿਫਟ ਹੋ ਜਾਣਾ। ਜੀ ਇਸੇ ਤਰ੍ਹਾਂ ਜੀ। ਜ਼ਬਰਦਸਤ ਹੋਗਾ। ਅੱਛਾ ਹੁਣ ਅਸੀਂ ਨਾ ਇਹਨਾਂ ਜਾਨਵਰਾਂ ਦਾ ਨਾ ਇਹਨਾਂ ਫਰੈਸ਼ ਮੱਝਾਂ ਦਾ ਜ਼ਰਾ ਅਲੱਗ ਦੋਸਤਾਂ ਨੂੰ ਸ਼ੋਅ ਕਰਵਾਉਂਦੇ ਹਾਂ। ਠੀਕ।
ਤੇ ਇਹ ਵੀਡੀਓ ਸਾਡੀ ਜਿਹੜੀ ਨੇ ਇੱਥੇ ਅਸੀਂ ਕਲੋਜ਼ ਕਰਨੇ ਆ ਇਹ ਪਾਰਟ। ਅਗਲੇ ਪਾਰਟ ਦੇ ਵਿੱਚ ਅਸੀਂ ਦੋਸਤਾਂ ਨੂੰ ਵਿਖਾਣੇ ਆ ਜੀ ਜੀ ਸ਼ੌਕ ਕਰਵਾਉਂਦੇ ਸਾਰੀਆਂ ਮੱਝਾਂ ਦਾ ਸ਼ੌਕ ਕਰਵਾਉਂਦੇ ਆ। ਕਬੀਰ ਭਾਈ ਐਂਡ ਤੇ ਕੀ ਮੈਸੇਜ ਦੇਣਾ ਚਾਹੋਗੇ ਸ਼ੌਕੀਨਾਂ ਨੂੰ, ਦੋਸਤਾਂ ਨੂੰ ਨਵੇਂ ਵੇਖਣ ਇਹ ਸਰ ਮੈਸੇਜ ਇਹ ਵੇ ਕਿ ਇਹ ਹਲਾਲ ਜਾਨਵਰ ਹੈ ਜੀ, ਇਹ ਤੁਹਾਡਾ ਸ਼ੌਕ ਹੈ ਜੀ, ਇਹਦੇ ਨਾਲ ਹੀ ਤੁਹਾਡੀ ਪਹਿਚਾਨ ਹੈ। ਇਸੇ ਤਰ੍ਹਾਂ ਅਗਰ ਤੁਸੀਂ ਪਹਿਚਾਨ ਬਣਾਉਣੀ ਚਾਹੁੰਦੇ ਆ ਜੀ। ਤੇ ਮੱਝ ਦੀ ਫਾਰਮਿੰਗ ਕਰੋ। ਅੱਛਾ ਇਹ ਨਹੀਂ ਹੈ ਪ੍ਰੋਫਿਟ, ਇਹ ਨਹੀਂ ਹੈ ਕਿ ਰਾਤੋਂ ਰਾਤ ਹੀ ਪ੍ਰੋਫਿਟ ਆ ਜਾਣਾ, ਅੱਛਾ ਇਹਦੇ ਕੰਮ ਕਰਨਾ ਪਏਗਾ। ਅੱਛਾ ਇਹ ਮੈਂ ਦੇਖੋ ਨਾ ਸਾਡੇ ਬਜ਼ੁਰਗਾਂ ਨਾਲ ਮਾੜਾ ਕੈਮਰਾ ਮਾਰਿਓ, ਜੀ। ਇਹ ਸਾਡੀ ਸੂਰਤ ਹੋਸ਼ ਤੋਂ ਪਹਿਲੇ ਫਾਰਮਿੰਗ ਕਰ ਰਹੇ ਨੇ। ਅੱਛਾ ਮਤਲਬ ਇਹ ਕਿ ਸ਼ੁਰੂਆਤ ਇਹਨਾਂ ਬਜ਼ੁਰਗਾਂ ਦੀ ਹੈ। ਜ਼ਬਰਦਸਤ। ਤੇ ਅਸੀਂ ਤੇ ਤਕਰੀਬਨ 5-6 ਸਾਲ ਹੋ ਗਏ ਸਾਨੂੰ ਕਰ ਰਿਆਂ ਨੂੰ। ਅਸੀਂ ਅਲਹਮਦੁਲਿਲਾ ਪ੍ਰੋਫਿਟ 'ਚ ਜਾ ਰਹੇ ਹਾਂ, ਮਾਸ਼ਾਅੱਲਾ। ਕੋਈ ਲਾਸ ਨਹੀਂ ਹੈ। ਔਰ ਤੁਹਾਨੂੰ ਜਿੰਨਾ ਫਾਰਮ ਦਿਖਾਇਆ, ਅਗਰ ਲਾਸ ਹੋਵੇ ਤੇ ਇੰਨੀਆਂ ਮੱਝਾਂ ਨੂੰ ਪੱਠੇ ਨਹੀਂ ਪਾਏ ਜਾਂਦੇ। ਨਹੀਂ ਲਾ ਸ਼ੌਕ ਉਹ ਜਿਹੜਾ ਹੈ ਨਾ ਉਹ ਤੇ ਥੋੜੇ ਜਾਨਵਰਾਂ ਦਾ ਵੀ ਸ਼ੌਕ ਪੂਰਾ ਹੋ ਜਾਂਦਾ। ਜੀ ਜੀ ਨਹੀਂ ਅਲਹਮਦੁਲਿਲਾ ਤਾਰਕ ਭਾਈ ਬੜਾ ਸ਼ੌਕ ਆ ਅੱਛਾ ਔਰ ਬੜਾ ਪ੍ਰੋਫਿਟ ਆ ਮਾਸ਼ਾਅੱਲਾ ਮਾਸ਼ਾਅੱਲਾ। ਚਲੋ ਔਰ ਮੇਨ ਗੱਲ ਇਹ ਵੇ ਕਿ ਤੁਹਾਡੀ ਇਹ ਪਹਿਚਾਨ ਆ ਪਛਾਣ ਔਰ ਪਾਕਿਸਤਾਨ ਦੇ ਵਿੱਚ ਪਹਿਚਾਨ ਆ। ਇਸੇ ਤਰ੍ਹਾਂ ਹੀ ਸਰ ਪਾਕਿਸਤਾਨ ਵਿੱਚ ਤਾਂ ਨਹੀਂ ਪੂਰੀ ਦੁਨੀਆ 'ਚ ਇੱਕ ਨੀਲੀ ਰਾਵੀ ਮੱਝ ਜਿਹੜੀ ਨਾ ਪਾਕਿਸਤਾਨ ਦੀ ਮੱਝ ਜਿਹੜੀ ਪੂਰੀ ਦੁਨੀਆ 'ਚ ਮੰਨੀ ਜਾਂਦੀ ਹੈ। ਇਸੇ ਤਰ੍ਹਾਂ ਹੀ ਤੇ ਇਹ ਜਿਹੜੇ ਸਾਡੇ ਨਾਲ ਲੋਕ ਜੁੜੇ ਨੇ ਜਾਂ ਜਿਹੜੇ ਲੋਕ ਆਨਲਾਈਨ ਵੇਖਦੇ ਨੇ ਇਹ ਪੂਰੀ ਦੁਨੀਆ ਵਿੱਚ ਮੱਝਾਂ ਦੇ ਸ਼ੌਕੀਨ ਨੇ। ਹੁਣ ਤਾਂ ਕਾਫੀ ਜ਼ਿਆਦਾ ਮੁਲਕ ਨੇ, ਪਹਿਲੇ ਸਿਰਫ ਆਪਣਾ ਇੰਡੀਆ ਸੀ, ਹੁਣ ਤੇ ਚਾਈਨਾ ਆ ਗਿਆ, ਇਟਲੀ ਆ ਗਿਆ, ਯੂਕੇ ਦੇ ਵਿੱਚ ਵੀ ਸਾਈ ਸਾਹਿਬ ਨੇ। ਜੀ ਜੀ ਮੈਨੂੰ ਕਈ ਮੈਸੇਜ ਆਉਂਦੇ ਚੜ੍ਹਦੇ ਪੰਜਾਬ ਵੱਲੋਂ ਨਾ ਆਪਣੇ ਮਿੱਤਰ ਬੜੇ ਮਾਸ਼ਾਅੱਲਾ ਸ਼ੌਕ ਕਰਦੇ ਹੋ ਵੀ। ਸਾਈ ਸਾਹਿਬ ਨੇ ਕੁਝ ਦਿਨ ਪਹਿਲੇ ਵੀਡੀਓ ਲਾਈ ਸੀ ਕੈਨੇਡਾ ਦੇ ਵਿੱਚ ਮੱਝਾਂ ਦੀ ਫਾਰਮਿੰਗ ਹੋ ਰਹੀ। ਜੀ ਜੀ ਮਤਲਬ ਹੈ ਕਿ ਹੁਣ ਤੇ ਯੂਰਪ ਵਾਲੇ ਕੰਟਰੀ ਜਿਹੜੇ ਨੇ ਕੁਝ ਜਿਹੜੇ ਨੇ ਫਾਰਨਰ ਨਵੇਂ ਮੁਲਕ ਨੇ ਉਹ ਵੀ ਮੱਝਾਂ ਦੀ ਫਾਰਮਿੰਗ ਚ ਆ ਗਏ। ਜੀ ਜੀ ਉਹ ਸਗੋਂ ਸਾਈ ਸਾਹਿਬ ਨੇ ਇੱਕ ਨੇ ਕਮੈਂਟਸ ਵੀ ਕੀਤਾ ਕਿ ਸਿਰ ਆ ਸਿੰਘ ਜਿਹੜੇ ਲਵਾ ਦਈਏ, ਲੇਕਿਨ ਸਿਰ ਜਿਹੜਾ ਨਾ ਇਹ ਸਿੰਘਾਂ ਨਾਲ ਹੀ ਫੱਬਦਾ, ਦੇਖੋ ਨਾ ਜੀ ਮੱਝਾਂ ਸੋਹਣੀਆਂ ਸਿੰਘਾਂ ਨਾਲ। ਹਾਂਜੀ ਚਲੋ ਜੀ ਹੁਣ ਇੱਕ ਇੱਕ ਮੱਝ ਦਾ ਸ਼ੌਕ ਕਰੋ ਜੀ, ਇਹਨਾਂ ਮੱਝਾਂ ਨੂੰ ਟੋਰ ਆਣ ਪੁੱਤਰ।